ਤਪਦਾ ਸੱਚ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਵਸਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਜਿਵੇਂ 2022 ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਗਲਿਆਰਿਆਂ ਵਿੱਚ ਵੱਡੇ ਫੇਰ ਬਦਲ ਹੋ ਰਹੇ ਹਨ, ਉੱਥੇ ਹੀ ਵਿਧਾਨ ਸਭਾ ਹਲਕਾ ਜੀਰਾ ਵਿੱਚ ਵੀ ਅਕਾਲੀ ਦਲ ਨੇ ਜਨਮੇਜਾ ਸਿੰਘ ਸੇਖੋਂ ਦਾ ਐਲਾਨ ਕਰਕੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਵਧਾ ਦਿੱਤੀ ਹੈ। ਅੱਜ ਅਸੀਂ ਕਬੱਡੀ ਦੇ ਰਹਿ ਚੁੱਕੇ ਵੱਡੇ ਪਲੇਅਰ ਅਤੇ ਮੌਜੂਦਾ ਸਰਪੰਚ ਤੇ ਮਖੂ ਬਲਾਕ ਦੇ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਸਰਪੰਚ ਮਲਕੀਤ ਸਿੰਘ ਪਿੰਡ ਬਾਬਾ ਅਮਰ ਸਿੰਘ ਵਾਲਾ ਨਾਲ ਖਾਸ ਮੁੱਦਿਆਂ ਦੇ ਉੱਤੇ ਖਾਸ ਗੱਲਬਾਤ ਕਰਾਂਗੇ ਅਤੇ ਹਲਕੇ ਵਿੱਚ ਹੋ ਰਹੀ ਸਿਆਸੀ ਹਲਚਲ ਬਾਰੇ ਵੀ ਇਹਨਾਂ ਦੀ ਰਾਏ ਲਵਾਂਗੇ। ਹਾਂਜੀ ਸਰਪੰਚ ਸਾਹਿਬ ਜੀ, ਪਹਿਲਾਂ ਤਾਂ ਸਵਾਗਤ ਕਰਦੇ ਹਾਂ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਪਦਾ ਸੱਚ ਨਿਊਜ਼ ਦਾ ਮਹਾਰਾਣਾ ਸਾਹਿਬ ਤੁਹਾਡਾ ਜੀ ਆਇਆਂ, ਵੈਲਕਮ। ਸਰਪੰਚ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਆ ਕਿ ਜੀਰੇ ਦੇ ਵਿੱਚ ਸਮੀਕਰਨ ਬਦਲੇ ਨੇ ਵੱਡੇ। ਜਨਮੇਜਾ ਸਿੰਘ ਸੇਖੋਂ ਜਿਹੜਾ ਕਿ ਅਕਾਲੀ ਦਲ ਦਾ ਵੱਡਾ ਚਿਹਰਾ ਵਾ, ਤੁਸੀਂ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋ, ਕੀ ਲੱਗਦਾ ਤੁਹਾਨੂੰ ਕਿੰਨਾ ਕੁ ਮੁਸ਼ਕਲ ਰਹੇਗਾ ਕੁਲਬੀਰ ਸਿੰਘ ਜੀਰਾ ਨੂੰ, ਜੋ ਕਿ ਤੁਹਾਡੇ ਵਿਧਾਇਕ ਨੇ, ਤੁਸੀਂ ਉਹਨਾਂ ਨੂੰ ਨਾਲ ਵਿਚਰ ਰਹੇ ਹੋ, ਕਿਵੇਂ ਲੱਗਦਾ ਇਲੈਕਸ਼ਨ ਲੜਨਾ ਕਿੰਨਾ ਕੁ ਔਖਾ ਹੋਊਗਾ 2022 ਦਾ? ਮਹਾਰਾਣਾ ਸਾਹਿਬ ਜਿਹੜਾ ਸੇਖੋਂ ਸਾਹਿਬ ਆ, ਚਲੋ ਅਕਾਲੀ ਦਲ ਦਾ ਵੱਡਾ ਲੀਡਰ ਹੋਊਗਾ, ਜੀਰੇ ਹਲਕੇ ਵਾਸਤੇ ਵੱਡਾ ਲੀਡਰ ਨਹੀਂ ਗਾ। ਓਕੇ, ਜੀਰੇ ਹਲਕੇ ਨੇ ਜਿੰਨੇ ਕੁ ਨੁਕਸਾਨ ਝੱਲੇ ਆ, ਜਦੋਂ ਇਹ ਮੰਤਰੀ ਸੀਗਾ 10 ਸਾਲ ਸਰਕਾਰ ਰਹੀ, ਮੰਤਰੀ ਰਹੇ ਆਪਦੀ ਸਰਕਾਰ ਦੇ ਵਿੱਚ 10 ਸਾਲ ਇਹ ਹਰੀਕਾ ਹੜ ਬੰਦ ਰਿਹਾ। ਓਕੇ, ਜਦੋਂ ਵੀ ਪਾਣੀ ਆਉਂਦਾ ਸੀਗਾ ਤੇ ਪਾਣੀ ਦੀ ਜਿੰਨੀ ਵੀ ਡਾਪ ਸੀਗੀ ਅੱਗੋਂ ਹਰੀਕਾ ਹੜ ਬੰਦ ਕਰ ਦਿੰਦੇ ਸੀ, ਕਿਉਂਕਿ ਗਰੀਬਾਂ ਦੀ ਸੰਘੀਆਂ ਨੱਪ ਕੇ ਇਸ ਨੇ, ਇਹ ਮੰਤਰੀ ਸੀਗਾ ਜਿਹਦੇ ਕੋਲ 2-4 ਕਿੱਲੇ 10 ਕਿੱਲੇ ਜ਼ਮੀਨ ਸੀਗੀ, ਇਹਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਰੀਕਾ ਹੈਡ ਮੱਲਾਂ ਵਾਲੀ ਸਾਈਡ ਸਾਰੀ। ਝੋਨੇ ਦੀ ਇਹਦੀ ਫਸਲ ਖੜੀ ਹੁੰਦੀ ਸੀ, ਮਗਰੋਂ ਪਾਣੀ ਚੜ੍ਹ ਜਾਂਦਾ ਸੀਗਾ, ਇਹ ਅੱਗੋਂ ਦਰਿਆ ਬੰਦ ਕਰ ਦਿੰਦਾ ਸੀਗਾ ਹਰੀਕਾ ਹੈਡ, ਪਿੱਛੇ ਡਾਫ ਲਾ ਕੇ ਬੰਨ੍ਹ ਟੁੱਟ ਜਾਂਦਾ ਸੀ। ਅਕਾਲੀ ਸਰਕਾਰ 10 ਸਾਲ ਰਹੀ, 2-3 ਵਾਰ ਪਾਣੀ ਆਇਆ, ਅਕਾਲੀ ਸਰਕਾਰ ਵੇਲੇ ਆਇਆ। ਕਾਂਗਰਸ ਸਰਕਾਰ 2017 ਦੀ ਬਣੀ ਆ, 2017 ਦੇ ਵਿੱਚ ਜੀਰੇ ਹਲਕੇ ਦੇ ਵਿੱਚ ਪਾਣੀ ਨਹੀਂ ਆਇਆ। ਜੀਰੇ ਹਲਕੇ ਦੇ ਵਿੱਚ 235 ਪਿੰਡ ਨੇ, 235 ਪਿੰਡਾਂ ਦੇ ਵਿੱਚੋਂ ਜਿਹੜੇ ਹੈਡ ਦੇ ਨਾਲ ਦੇ ਹੈਡ ਦੇ ਜਿਹਨੇ ਡਾਫ ਦੇ ਹੇਠਾਂ ਪਿੰਡ ਆਉਂਦੇ ਆ, ਉਹ 150 ਪਲੱਸ ਪਿੰਡ ਆਉਂਦਾ। 200 ਪਿੰਡ ਜਿਹੜਾ 235 ਦੇ ਵਿੱਚੋਂ 200 ਪਿੰਡ ਜਿਹਨੇ ਡੋਬਿਆ ਹੋਵੇ, ਉਹਦੇ ਵਾਸਤੇ ਵੱਡਾ ਚਿਹਰਾ ਤਾਂ ਨਹੀਂ ਹੈਗਾ। ਓਕੇ, ਇਹ ਬਹੁਤ ਬੁਰੀ ਤਰ੍ਹਾਂ ਹਾਰੇਗਾ। ਮੈਂ ਚਲੋ ਵੱਡੀਆਂ ਗੱਲਾਂ ਨਹੀਂ ਕਰਦਾ ਕਿ ਜ਼ਮਾਨਤ ਜ਼ਬਤ ਹੋ ਜਾਏਗੀ ਜਾਂ ਇੱਦਾਂ ਹੋ ਜਾਊਗਾ, ਪਰ ਇੱਥੇ ਪਹਿਲੀ ਗੱਲ ਤਾਂ ਇਹ ਸੇਖੋਂ ਦਾ ਪਤਾ ਹੀ ਨਹੀਂ ਗਾ। ਜੋ ਪਹਿਲਾਂ ਬਜ਼ੁਰਗਾਂ ਨੂੰ ਪਤਾ ਸੀਗਾ ਮਾੜਾ ਮੋਟ ਜਿਨ੍ਹਾਂ ਨਾਲ ਇਹਨਾਂ ਧੱਕੇ ਕੀਤੇ ਸੀ, ਹੁਣ ਨੌਜਵਾਨ ਪੀੜ੍ਹੀ ਨੂੰ ਬਿਲਕੁਲ ਨਹੀਂ ਪਤਾ। ਇਹ ਨਹੀਂ ਪਤਾ ਇਹਦਾ ਮੁੰਡੇ ਦਾ ਨਾਂ ਕੀ ਹੈ, ਇਹਦੇ ਦਾਦੇ ਪੜਦਾਦੇ ਦਾ ਨਾਂ ਕੀ ਹੈ, ਰਹਿੰਦਾ ਕਿੱਥੇ ਆ। ਇਹ ਕਦੀ ਫਿਰੋਜ਼ਪੁਰ ਤੋਂ ਇਲੈਕਸ਼ਨ ਪੈਰਾਸ਼ੂਟ ਲੈ ਕੇ ਲੜ ਲੈਂਦੇ ਆ, ਕਦੀ ਮੋੜ ਤੋਂ ਲੜ ਲੈਂਦੇ ਆ, ਸਾਰੇ ਪੰਜਾਬ 'ਚ ਭੱਜੇ ਫਿਰਦੇ ਆ। ਕਿਸੇ ਵਾਸਤੇ ਵੱਡਾ ਚਿਹਰਾ ਹੋਊਗਾ, ਪਰ ਸਾਡੇ ਜੀਰੇ ਹਲਕੇ ਵਾਸਤੇ ਕੋਈ ਵੱਡਾ ਚਿਹਰਾ ਨਹੀਂ ਗਾ। ਇੱਥੋਂ ਬਹੁਤ ਬੁਰੀ ਤਰ੍ਹਾਂ ਇਹ ਹਾਰ ਕੇ ਜਾਊਗਾ। ਸਰਪੰਚ ਸਾਹਿਬ, ਤੁਸੀਂ ਕਾਂਗਰਸ ਦੇ ਮਖੂ ਬਲਾਕ ਦੇ ਯੂਥ ਦੇ ਪ੍ਰਧਾਨ ਵੀ ਹੋ। ਜਿਹੜੇ ਵਿਰੋਧੀ ਧਿਰ ਵਾ ਉਹਨਾਂ ਵੱਲੋਂ ਤੁਹਾਡੇ 'ਤੇ ਇਲਜ਼ਾਮ ਲਾਏ ਜਾ ਰਹੇ ਲਗਾਤਾਰ ਕਿ ਜਿਹੜਾ ਜੀਰੇ ਹਲਕੇ ਦੇ ਵਿੱਚ ਵਿਕਾਸ ਬਿਲਕੁਲ ਨਹੀਂ ਹੋਇਆ ਅਤੇ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਇਹ ਪਿਛਲੇ 4 ਸਾਲਾਂ ਤੋਂ ਬਹੁਤ ਜ਼ਿਆਦਾ ਮਾੜੀ ਹੋਈ ਆ, ਅਤੇ ਜਿੰਨਾ ਵੀ ਕਹੀਏ ਕਿ ਵੱਧ ਤੋਂ ਬਦਤਰ ਹੋ ਗਿਆ ਸਾਰਾ, ਨਸ਼ੇ ਨੂੰ ਲੈ ਕੇ ਵੀ ਸਾਰੇ ਇਲਜ਼ਾਮ ਜਿਹੜੇ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਨੇ। ਅਤੇ ਵਿਕਾਸ ਕਿਵੇਂ ਦੇਖਦੇ ਹੋ ਤੁਸੀਂ, ਪਿੰਡ ਦੇ ਸਰਪੰਚ ਹੋ, ਕਿੰਨਾ ਕੁ ਵਿਕਾਸ ਹੋਇਆ? ਵਿਕਾਸ ਦੀ ਗੱਲ ਕਰੀਏ, ਚਲੋ ਵਿਰੋਧੀ ਤਰ੍ਹਾਂ ਦਾ ਇਲਜ਼ਾਮ ਲਾਉਂਦੀਆਂ ਹੁੰਦੀਆਂ ਨੇ। ਜਿਹੜੀ ਸਰਪੰਚੀ ਇਲੈਕਸ਼ਨ ਸਾਨੂੰ ਸਰਪੰਚ ਬਣਿਆ ਨੂੰ 1.5-2 ਸਾਲ ਦੇ ਕਰੀਬ ਹੋਏ ਨੇ, ਸਰਕਾਰ ਬਣੀ ਨੂੰ 4 ਸਾਲ ਹੋ ਗਏ ਨੇ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸਰਪੰਚ ਸੀਗੇ, ਸਰਕਾਰ ਕਾਂਗਰਸ ਦੀ ਸੀ, ਅਤੇ ਅਕਾਲੀ ਦਲ ਦੇ ਸਰਪੰਚਾਂ ਜਿਹਦੇ ਕੋਲ ਮੋਹਰ ਆ, ਜਿੰਨਾ ਚਿਰ ਮੋਹਰ ਸੈਨ ਨਹੀਂ ਕੋਲ ਆਉਂਦਾ ਉਹਨਾਂ ਚਿਰ ਸਰਕਾਰ ਕੰਮ ਕੀ ਕਰਾ ਲੇਗੀ। ਇਹਨਾਂ ਸਰਪੰਚਾਂ ਨੇ ਹੀ ਕਾਂਗਰਸ ਦੇ ਜਿਹੜੇ ਹੁਣ ਆਪਣੇ MLA ਸਾਹਿਬ ਜਦੋਂ ਦੇ ਹੁਣ ਸਰਪੰਚ ਬਣੇ ਆ, ਜਿੱਥੇ ਹੁਣ ਇਹਨਾਂ ਨੇ ਜਿੱਥੇ ਅਕਾਲੀ ਵੀ ਕੋਈ ਸਰਪੰਚ ਬਣ ਗਿਆ ਜਾਂ ਭਾਵੇਂ ਕਿਸੇ ਵੀ ਪਾਰਟੀ ਦਾ ਬਿਨਾਂ ਵਿਤਕਰੇ ਤੋਂ, ਇਹਨਾਂ ਹਰ ਇੱਕ ਪਿੰਡ ਖੁੱਲ੍ਹ ਕੇ ਗਰਾਂਟ ਦਿੱਤੀ ਆ। ਮੇਰੇ ਪਿੰਡ 40-50 ਲੱਖ ਰੁਪਈਆ ਲੱਗਾ ਹੈ। ਜੀਰੇ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵੜ ਜਾਓ, 50 ਲੱਖ ਤੋਂ ਪਲੱਸ ਪੈਸੇ ਲੱਗ ਚੁੱਕੇ ਨੇ ਹਰ ਇੱਕ ਪਿੰਡ ਦੇ ਵਿੱਚ। ਜਿਹੜਾ ਕੋਈ ਕਹਿੰਦਾ ਉਹ ਮੇਰੇ ਕੋਲ ਆਵੇ, ਕਿਸੇ ਸਰਪੰਚ ਕੋਲ ਆਵੇ, ਜਾ ਕੇ ਪਿੰਡਾਂ 'ਚ ਵੇਖਣ, ਕੈਮਰੇ ਲੈ ਕੇ ਦੇਖਣ। ਐਵੇਂ ਘਰੇ ਬੈਠੇ ਇੰਟਰਵਿਊ ਦੇ ਕੇ ਅੰਦਰ ਬੈਠ ਕੇ ਕਹੀ ਜਾਂਦੇ ਵਿਕਾਸ ਨਹੀਂ ਹੋਇਆ। ਇਹ ਉਹ ਨਰੇਸ਼ ਕਟਾਰੀਆ MLA ਰਿਹਾ ਵਾ, ਇਹਨੇ ਕਿੰਨਾ ਕੁ ਵਿਕਾਸ ਕਰਤਾ 5 ਸਾਲ। ਇਸ ਤੋਂ ਬਾਅਦ ਸੇਖੋਂ ਰਿਹਾ ਵਾ, ਮੰਤਰੀ ਰਿਹਾ ਵਾ, ਚਲੋ ਸਾਡੇ ਹਲਕੇ 'ਚ MLA ਤਾਂ ਨਹੀਂ ਬਣਿਆ। ਜਦੋਂ ਮੰਤਰੀ ਹੋ ਗਿਆ ਉਹਦੇ ਬਾਅਦ ਸਾਰਾ ਪੰਜਾਬ ਇੱਕੋ ਜਿਹਾ ਹੁੰਦਾ। ਬਿਲਕੁਲ, ਇਹ ਸੱਚਾਈ ਮੰਤਰੀ ਸੀਗਾ।
ਜਿੰਨਾ ਬੰਨ੍ਹ ਆ ਹਰੀਕੇ ਹੈਡ ਤੋਂ ਲੈ ਕੇ ਜਿੰਨਾ ਵੀ ਤੋੜ ਸਤਲੁਜ ਦਰਿਆ ਦਾ ਜਾਂਦਾ ਕੱਚਾ ਬੰਨ੍ਹ ਆ, ਦੋਵੇਂ ਪਾਸੇ ਕੱਚਾ ਬੰਨ੍ਹ ਆ। ਸਿੰਚਾਈ ਮੰਤਰੀ ਦਾ ਫਰਜ਼ ਦਾ ਬਣਦਾ ਨਾ ਬੰਨ੍ਹ ਪੱਕੇ ਕਰੇ, ਉੱਤੇ ਸੜਕ ਬਣੇ, ਕਿਉਂਕਿ ਸੜਕਾਂ 'ਤੇ ਜਿਹੜੇ ਜਿੰਨੇ ਵੀ ਲੋਕ ਨੇ ਦਰਿਆਵਾਂ ਦੇ ਕੰਢਿਆਂ 'ਤੇ ਬੈਠੇ ਹੋਏ ਨੇ, ਦਰਿਆ ਕੰਢੀ ਏਰੀਆ ਹੈ, ਉਹਨਾਂ ਨੂੰ ਜਦੋਂ ਮੀਂਹ ਕਣੀ ਹੁੰਦਾ ਵਾ, ਧੁੱਦਲ ਹੁੰਦੀ ਆ, ਬਹੁਤ ਦਿੱਕਤ ਆਉਂਦੀ ਆ। ਹੁਣ ਪਹਿਲੀ ਵਾਰੀ ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜੀਰਾ ਯੂਥ ਦੇ MLA ਸਾਹਿਬ ਬਣੇ ਆ। ਇਹਨਾਂ ਨੂੰ ਅਜੇ ਪਹਿਲੀ ਹੀ ਆਪਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਉਹ ਬੰਨ੍ਹ ਪੱਕਾ ਜਿਹੜਾ ਉਹ ਪਾਸ ਹੋ ਚੁੱਕਾ ਹੈ, ਉਹਦਾ ਟੋਟਲ ਐਸਟੀਮੇਟ ਲੱਗ ਚੁੱਕਾ ਹੈ। ਵਾਹਿਗੁਰੂ ਕਿਰਪਾ ਕਰੇ ਤੇ ਇਲੈਕਸ਼ਨਾਂ ਤੋਂ ਪਹਿਲਾਂ ਇਹ ਬੰਨ੍ਹ ਜਿਹੜਾ ਜੀਰੇ ਹਲਕੇ ਦੇ ਵਿੱਚ ਲੱਗਦਾ ਹੈ, ਆਪਦੇ ਉਹਦੇ ਹਲਕੇ ਦਾ ਕਰਨਾ ਹੈ। ਜਦੋਂ ਮੰਤਰੀ ਬਣਨਗੇ ਵਾਹਿਗੁਰੂ ਕਿਰਪਾ ਕਰੂਗੀ, ਜਦੋਂ ਕਰੇਗਾ ਉਦੋਂ ਤਾਂ ਚਲੋ ਪੰਜਾਬ ਦਾ ਕਰਨਗੇ ਕੰਮ, ਪਰ ਆਪਦੇ ਜੀਰੇ ਹਲਕੇ ਦੇ ਵਿੱਚ ਜਿੰਨਾ ਵੀ ਬੰਨ੍ਹ ਲੱਗਦਾ ਵਾ ਐਸਟੀਮੇਟ ਲੱਗ ਕੇ ਸਾਰੇ ਬੰਨ੍ਹ ਪੱਕੇ ਹੋਣ ਦਾ ਜੋ ਬਜਟ ਉਹ ਬਣ ਚੁੱਕਾ ਹੈ। ਤੇ ਵਾਹਿਗੁਰੂ ਦੀ ਮਿਹਰ ਨਾਲ ਸਾਡੇ ਐਡਾ ਵਧੀਆ ਸਾਨੂੰ ਲੀਡਰ ਮਿਲਿਆ ਹੈ। ਇਹ ਇਕੱਲੇ ਜੀਰੇ ਹਲਕੇ ਦੀ ਸੋਚ ਨਹੀਂ ਕਿ 117 ਸੀਟਾਂ ਦੇ ਵਿੱਚ ਹਰ ਇੱਕ ਹੀ ਲੋਕਾਂ ਦੀ ਹਲਕੇ ਦੀ ਸੋਚ ਆ ਵੀ ਕੁਲਬੀਰ ਸਿੰਘ MLA ਕਿਤੇ ਸਾਨੂੰ ਮਿਲੇ, ਸਾਡੇ ਹਲਕੇ 'ਚ ਇਲੈਕਸ਼ਨ ਲੜੇ। ਇੰਨਾ ਵਧੀਆ ਲੀਡਰ ਕਿਸੇ ਨੂੰ ਨਾ ਮਿਲਣਾ ਤੇ ਨਾ ਹੀ ਅਸੀਂ ਇਹ ਗਵਾਉਣਾ ਹੈ। ਅਸੀਂ ਅੱਜ ਵੀ ਨਾਲ ਆ, ਕੱਲ੍ਹ ਵੀ ਨਾਲ ਆ, ਜੀਰਾ ਹਲਕਾ ਇਹਨਾਂ ਦੇ ਨਾਲ ਆ। ਜਿਹੜਾ ਮਰਜ਼ੀ ਆ ਜਾਏ, ਭਾਵੇਂ ਸੁਖਬੀਰ ਬਾਦਲ ਆ ਜਾਏ, ਵੱਡਾ ਲੀਡਰ ਕਰਕੇ ਖਰੇ ਕੀ ਸਮਝਦੇ ਆਪਣੇ ਆਪ ਨੂੰ। ਸਰਪੰਚ ਸਾਹਿਬ ਕੀ ਇਹਨਾਂ ਨੇ ਕਿਹਾ ਵਾ, ਜੋ ਦੱਸਿਆ ਵਾ ਕਿ ਵਿਕਾਸ ਹੋਇਆ ਵਾ ਕਾਫੀ, ਤੁਹਾਡੇ ਫਾਦਰ ਦੇ ਨਾਮ ਤੇ ਤੁਹਾਡਾ ਪਿੰਡ ਵਾ, ਕਿੰਨਾ ਕੁ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਹੋ ਕਿ ਵਿਕਾਸ ਕਿੰਨਾ ਕੁ ਹੋਇਆ ਵਾ ਜਿਹੜਾ ਮੌਜੂਦਾ ਸਰਕਾਰ ਦੇ ਸਮੇਂ ਤੇ ਤੁਹਾਡੇ ਜਿਹੜਾ ਤੁਸੀਂ ਜਿੰਨਾ ਕੁ ਤੁਹਾਡਾ ਕਾਰਜਕਾਲ ਸਰਪੰਚੀ ਦਾ ਹੋਇਆ, ਕਿੰਨਾ ਕੁ ਵਿਕਾਸ ਹੋਇਆ? ਮਰਾਣਾ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਜੀ। ਧੰਨਵਾਦ ਜੀ। ਮਰਾਣਾ ਸਾਹਿਬ ਇਹ ਚੀਜ਼ ਦੱਸਣ ਦੀ ਲੋੜ ਨਹੀਂ, ਤੁਸੀਂ ਵੀ ਹਰ ਪਿੰਡ 'ਚ ਜਾਂਦੇ ਹੋ, ਹਲਕੇ 'ਚ ਵਿਚਰਦੇ ਹੋ, ਤੁਸੀਂ ਦੇਖਿਆ ਹੋਏਗਾ ਕਿ ਪਹਿਲਾਂ ਨਾਲੋਂ ਕਿੰਨਾ ਵਿਕਾਸ ਚੱਲ ਰਿਹਾ ਹੈ। ਤਕਰੀਬਨ 70% 80% ਦੇ ਕਰੀਬ ਵਿਕਾਸ ਸਾਰਾ ਹੋ ਚੁੱਕਿਆ ਪਿੰਡਾਂ ਵਿੱਚ ਵੀ। ਮੇਰੇ ਫਾਦਰ ਸਾਹਿਬ ਦੇ ਨਾਮ 'ਤੇ ਪਹਿਲੀ ਵਾਰੀ ਪਿੰਡ ਬਣਿਆ, ਸਾਡਾ ਛੋਟਾ ਜਿਹਾ ਪਿੰਡ ਹੈ ਜੀ। ਅੱਜ ਤੱਕ ਸਾਡੇ ਪਿਛਲੇ 25-30 ਸਾਲ ਵਿੱਚ ਇੱਕੋ ਹੀ ਸਰਪੰਚ ਰਿਹਾ ਜੀ। ਸਾਡੇ ਅੱਜ ਤੱਕ ਕੋਈ ਇੱਟ ਨਹੀਂ ਲੱਗੀ, ਕੋਈ ਵਿਕਾਸ ਨਹੀਂ ਹੋਇਆ ਜੀ। ਸਾਨੂੰ ਅਜੇ ਕੁਝ ਸਮਾਂ ਹੋਇਆ ਜੀ, ਪਹਿਲੀ ਵਾਰੀ ਅਸੀਂ ਸਰਪੰਚ ਬਣੇ ਆ। ਹੁਣ ਜੋ ਵੀ ਵਿਕਾਸ ਹੈ ਤੁਹਾਡੇ ਸਾਹਮਣੇ ਆ, 70 ਤੋਂ 80% ਅਸੀਂ ਵਿਕਾਸ ਕਰ ਰਹੇ ਹਾਂ ਜੀ। ਮੇਰੇ ਪਿੰਡ ਦੀ ਕੋਈ ਇਹੋ ਜਿਹੀ ਗਲੀ, ਕੋਈ ਇਹੋ ਜਿਹੀ ਨਾਲੀ ਨਹੀਂ ਰਹੇਗੀ ਜਿਹੜੀ ਨਾ ਕੰਪਲੀਟ ਹੋਏਗੀ। ਕੰਮ ਚੱਲ ਰਹੇ ਨੇ ਜੀ, ਜ਼ੋਰਾਂ 'ਤੇ ਚੱਲ ਰਹੇ ਨੇ। ਬਸ ਹੁਣ ਥੋੜ੍ਹਾ ਜਿਹਾ ਰਹਿੰਦਾ ਕੰਮ, ਉਹ ਵੀ ਕੰਪਲੀਟ ਹੋ ਜਾਣਾ। ਬਾਕੀ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਮਰਾਣਾ ਸਾਹਿਬ, ਤੁਸੀਂ ਜਾਂਦੇ ਹੀ ਰਹਿੰਦੇ ਹੋ, ਕੁਝ ਦੱਸਣ ਦੀ ਜ਼ਰੂਰਤ ਤਾਂ ਹੈ ਨਹੀਂ। ਬਾਕੀ ਦੇਖੋ ਤੁਸੀਂ ਸੇਖੋਂ ਸਾਹਿਬ ਆ ਰਹੇ ਨੇ, ਇਹਨਾਂ ਨਾਲ ਵੀ ਸਰਪੰਚ ਸਾਹਿਬ ਨੂੰ ਵੀ ਦੱਸਿਆ, ਤੁਸੀਂ ਕੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਜਿਹੜੀ ਸੇਖੋਂ ਸਾਹਿਬ ਜੀਰਾ 'ਚ ਆ ਜਾਣਗੇ, ਕੋਈ ਇਹਦੇ ਨਾਲ ਕੁਲਬੀਰ ਜੀਰਾ ਨੂੰ ਕੋਈ ਫਰਕ ਪਏਗਾ? ਦੇਖੋ ਜੀ, ਇੱਥੇ ਸਰਪੰਚ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ, ਚਾਹੇ ਸੁਖਬੀਰ ਸਿੰਘ ਬਾਦਲ ਵੀ ਆ ਜਾਣ ਤੇ ਜੀਰਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਰਹੀ ਗੱਲ ਸੇਖੋਂ ਸਾਹਿਬ ਦੀ, ਦੇਖੋ ਸੇਖੋਂ ਸਾਹਿਬ ਨੂੰ ਸਾਡੇ ਯੂਥ ਵਿੱਚੋਂ, ਪਹਿਲੀ ਗੱਲ ਤਾਂ ਕੋਈ ਸਾਡੇ ਵੱਡਿਆਂ 'ਚੋਂ ਹੀ ਨਹੀਂ, ਯੂਥ ਵਿੱਚੋਂ ਤਾਂ ਕੋਈ ਉਹਨਾਂ ਨੂੰ ਜਾਣਦਾ ਹੀ ਨਹੀਂ, ਨਾ ਹੀ ਪਹਿਲੀ ਵਾਰੀ ਸੁਣਿਆ ਹੈ। ਜੇ ਬਜ਼ੁਰਗ ਕੋਈ ਜਾਣਦੇ ਵੀ ਨੇ ਤਾਂ ਉਹ ਇਸ ਨਾਮ ਤੋਂ ਜਾਣਦੇ ਨੇ ਕਿ ਸੇਖੋਂ ਸਾਹਿਬ ਨੇ ਸਾਡੇ ਨਾਲ ਬਹੁਤ ਧੱਕੇ ਕੀਤੇ ਨੇ। ਜਿੰਨੇ ਵੀ ਦਰਿਆਈ ਏਰੀਏ ਦੇ ਨਾਲ ਸਾਡੇ ਪਿੰਡ ਪੈਂਦੇ ਨੇ, ਉਹਨਾਂ ਨੂੰ ਡੋਬਣ ਵਿੱਚ ਸੇਖੋਂ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ। ਤੇ ਹੁਣ ਅੱਜ ਜੇ ਉਹ ਆ ਕੇ ਕਹਿਣ ਵੀ ਅਸੀਂ ਆ ਕੇ ਇੱਥੇ ਇਲੈਕਸ਼ਨ ਲੜਨਾ ਹੈ, ਤੇ ਮੈਨੂੰ ਲੱਗਦਾ ਵੀ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋਏਗਾ। ਤੇ ਜੀਰਾ ਸਾਹਿਬ ਵਾਸਤੇ ਕੋਈ ਉਹਨਾਂ ਨੂੰ ਆਪਣੀ ਵੱਡੀ ਗੱਲ ਨਹੀਂ ਹੈਗੀ ਉਹਨਾਂ ਵਾਸਤੇ। ਵਿਜੇ, ਤੁਸੀਂ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ, ਯੂਥ ਦੇ ਆਗੂ ਹੋ ਕਾਂਗਰਸ ਦੇ, ਕੀ ਨੌਜਵਾਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਕਿ ਜਿਹੜਾ ਇਲੈਕਸ਼ਨ ਆ ਰਿਹਾ ਵਾ, ਉਹ ਜਿਹੜਾ ਆਉਣ ਵਾਲਾ ਇਲੈਕਸ਼ਨ ਵਾ, ਉਹਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ, ਕਿਹੜੀਆਂ ਚੀਜ਼ਾਂ ਨੂੰ ਵੇਖ ਕੇ ਉਹ ਪਾਰਟੀ ਨੂੰ ਚੂਜ਼ ਕਰਨ ਵੀ ਆਹ ਚੀਜ਼ਾਂ ਕੀਤੀਆਂ ਗਈਆਂ ਤੇ ਤਾਂ ਕਰਕੇ ਅਸੀਂ ਇਸ ਪਾਰਟੀ ਨੂੰ ਚੂਜ਼ ਕਰੀਏ? ਕਿਹੜੇ ਕੰਮਾਂ ਨੂੰ ਵੇਖ ਕੇ ਉਹ ਨੌਜਵਾਨ ਜਿਹੜਾ ਉਹ ਪਾਰਟੀ ਚੂਜ਼ ਕਰਨ? ਨੌਜਵਾਨਾਂ ਨੂੰ ਇਹ ਬੇਨਤੀ ਕਿ ਆਪਾਂ ਨੂੰ ਬਹੁਤ ਵਧੀਆ ਨੌਜਵਾਨ ਲੀਡਰ ਮਿਲਿਆ। ਹਰ ਇੱਕ ਹਲਕੇ ਦੀ ਸੋਚ ਆ। ਚਲੋ ਜਿਹੜੇ ਕੰਮ ਹੋਏ ਨੇ, ਸਾਡੇ ਭਰਾਵਾਂ ਵਰਗਾ ਆਇਆ MLA ਸਾਡਾ ਕੁਲਬੀਰ। ਅਸੀਂ ਜਿਹੜਾ ਵੀ ਨੌਜਵਾਨ ਆ ਉਹਦੇ ਨਾਲ ਆਪਦੀ ਰੋਕਣਾ ਚਾਹੂੰਗਾ, ਜੇਕਰ ਤੁਹਾਨੂੰ ਤੁਸੀਂ ਗੱਲ ਕੀਤੀ ਭਰਾਵਾਂ ਵਰਗਾ ਵਾ, ਕਈ ਲੀਡਰ ਹੁੰਦੇ ਆ ਉਹ ਮਿਲਦੇ ਨਹੀਂ, ਤੁਸੀਂ ਇਹ ਖੁੱਲ੍ਹ ਕੇ ਦੱਸਿਓ ਦਰਸ਼ਕਾਂ ਨੂੰ ਕਿ ਜੇਕਰ ਤੁਹਾਨੂੰ ਕੋਈ ਕੰਮ ਪੈਂਦਾ ਵਾ, ਕਦੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਤੁਹਾਨੂੰ ਕੁਲਬੀਰ ਜਿਹੜਾ ਮਿਲਿਆ ਹੀ ਨਾ ਹੋਵੇ? ਇੱਦਾਂ ਦੀ ਕੋਈ ਗੱਲ ਨਹੀਂ। ਇੱਦਾਂ ਦਾ ਲੀਡਰ ਆ ਕਿ ਉਹਨੇ ਇਹ ਨਹੀਂ ਦੇਖਣਾ ਇਹ ਸਰਪੰਚ ਆ, ਇਹ ਨੰਬਰਦਾਰ ਆ, ਜਾਂ ਇਹ ਪ੍ਰਧਾਨ ਆ ਸ਼ਹਿਰ ਦਾ। ਉਹ ਜੇ ਕੋਈ ਗਰੀਬ ਮਾੜਾ ਬੰਦਾ ਜਾਂਦਾ ਹੈ ਤਾਂ ਉਹ ਸਾਨੂੰ ਸਮਝਾ ਦਿੰਦੇ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣਦੇ ਆ। ਮੈਂ ਇਹ ਹੀ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਸਿਰਫ ਆਪਦੀ ਹਮ ਉਮਰ ਦਾ MLA ਸਾਹਿਬ ਮਿਲਿਆ। ਚਲੋ ਮੈਂ ਕੋਈ ਬਜ਼ੁਰਗ MLA ਸਾਹਿਬ ਹੁੰਦੇ, ਕਈ ਵਾਰ ਆਪਾਂ ਉਹੋ ਜਿਹੀਆਂ ਗੱਲਾਂ ਨਹੀਂ ਕਰ ਸਕਦੇ। ਪਿੰਡ ਦੇ ਵਿਕਾਸ ਵਾਸਤੇ ਕਿਸੇ ਨੂੰ ਕੋਈ ਝਕਣ ਦੀ ਲੋੜ ਨਹੀਂ ਗੀ। ਆਪਾਂ ਨੂੰ ਹਮ ਉਮਰ MLA ਸਾਹਿਬ ਮਿਲੇ ਨੇ। ਬਾਕੀ ਸਾਰੇ ਹੀ ਨੌਜਵਾਨਾਂ ਨੂੰ ਪਤਾ ਹੈ ਪਿੰਡਾਂ ਦੇ ਵਿੱਚ ਕਿੰਨੇ ਕੰਮ ਹੋਏ ਨੇ। ਹਰ ਇੱਕ ਦੇ ਨਾਲ ਉਹ ਖੜ੍ਹਦੇ ਨੇ। ਅਤੇ ਜਦੋਂ ਵੀ
ਹੁਣ ਦੂਜੇ ਐਮਐਲਏ ਸਾਰਿਆਂ ਤੋਂ ਟਾਈਮ ਲੈਣਾ ਪੈਂਦਾ ਹੈ, ਪਰ ਇਹਨਾਂ ਨੂੰ ਜਦੋਂ ਮਿਲੋ ਇਹ ਚੰਡੀਗੜ੍ਹ ਹੋਣ ਉੱਥੇ ਸਾਹਮਣੇ ਬੈਠੇ ਹੁੰਦੇ ਨੇ। ਜੇ ਇਹਨਾਂ ਦੇ ਘਰ ਜਾਈਏ, ਚਲੋ ਜਥੇਦਾਰ ਜੀ, ਵੱਡੇ ਜਥੇਦਾਰ ਸਾਹਿਬ ਸਾਡੇ, ਉਹ ਜੇ ਇਹ ਚੰਡੀਗੜ੍ਹ ਹੁੰਦੇ ਨੇ ਤੇ ਇੱਥੇ ਹਲਕਾ ਉਹ ਸਾਂਭਦੇ ਨੇ। ਜਥੇਦਾਰ ਮਹਿੰਦਰਜੀਤ ਸਿੰਘ ਜੀ ਆਪਣੇ ਇੱਕ ਘਰ ਵਾਕੂ ਇਹਨਾਂ ਨੇ ਹਲਕੇ ਨੂੰ ਲਿਆ ਹੋਇਆ ਹੈ, ਨਾ ਕਿ ਕਿਸੇ ਵੀ ਪਾਰਟੀਬਾਜੀ ਦਾ ਕਿਸੇ ਨਾਲ ਕੋਈ ਈਰਖਾ ਰੱਖਦੇ ਨੇ। ਅਕਾਲੀ ਚਲਾ ਜੇ, ਕਾਂਗਰਸੀ ਚਲਾ ਜੇ, ਹਰ ਇੱਕ ਦਾ ਕੰਮ ਹੁੰਦਾ। ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਨੂੰ ਆਪਣੇ ਹਮ ਉਮਰ ਦਾ ਐਮਐਲਏ ਸਾਹਿਬ ਮਿਲਿਆ ਅਤੇ ਕੰਮ ਤਾਂ ਲੈਣੇ ਆਪਦੇ ਵੱਸ ਹੁੰਦੇ ਆ, ਅਤੇ ਆਪਾਂ ਇਹਨੂੰ ਨਾ ਗਵਾਈਏ ਅਤੇ ਨਾ ਹੀ ਇਹਦਾ ਕਿਸੇ ਨਾਲ ਮੁਕਾਬਲਾ ਹੈਗਾ। ਓਕੇ, ਜਿਹੜਾ ਮਰਜ਼ੀ ਪੰਜਾਬ ਦੇ ਵਿੱਚੋਂ ਲੀਡਰ ਆ ਜੇ, ਜਿਹੜਾ ਵੀ ਮੈਂ ਕਹਿੰਦਾ ਭਾਵੇਂ ਸੁਖਬੀਰ ਬਾਦਲ ਆ ਜੇ, ਬਿਲਕੁਲ ਮੈਂ ਗਰੰਟੀ ਨਾਲ ਕਹਿੰਦਾ ਇੱਥੋਂ ਹਾਰ ਕੇ ਜਾਊਗਾ, ਕਿਉਂਕਿ ਇੰਨਾ ਕਿ ਦਿਲਾਂ 'ਚ ਘਰ ਕਰ ਚੁੱਕਾ ਹੈ ਕਿ ਹਰ ਇੱਕ ਦੇ ਨਾਲ ਹੀ ਬਹੁਤ ਪਿਆਰ ਹੈ ਇਹਨਾਂ ਦਾ। ਓਕੇ, ਸਰਪੰਚ ਸਾਹਿਬ, ਜਿਵੇਂ ਤੁਸੀਂ ਨੌਜਵਾਨ ਹੋ, ਸਰਪੰਚ ਹੋ ਤੁਸੀਂ ਪਿੰਡ ਦੇ ਵਿੱਚ, ਤੁਸੀਂ ਕੀ ਬੇਨਤੀ ਕਰਨੀ ਚਾਹੋਗੇ ਨੌਜਵਾਨਾਂ ਨੂੰ? ਕਿਉਂਕਿ ਇੱਕ ਜਿਹੜਾ ਨੌਜਵਾਨ ਹੁੰਦਾ ਵਾ ਉਹਦੇ ਵਿੱਚ ਐਨਰਜੀ ਵੀ ਜ਼ਿਆਦਾ ਹੁੰਦੀ ਆ, ਅਤੇ ਤਜਰਬੇ ਤੇ ਚਲੋ ਕੰਮ ਕੀਤੇ ਤਜਰਬੇ ਆਉਂਦੇ ਆ। ਤੁਹਾਡਾ ਐਮਐਲਏ ਵੀ ਨੌਜਵਾਨ ਆ, ਤੁਸੀਂ ਵੀ ਨੌਜਵਾਨ ਹੋ। ਕੀ ਬੇਨਤੀ ਕਰਨੀ ਚਾਹੋਗੇ ਨੌਜਵਾਨਾਂ ਨੂੰ ਕਿ ਹਲਕੇ ਨੂੰ ਅੱਗੇ ਲੈ ਕੇ ਜਾਇਆ ਜਾਵੇ, ਹਲਕੇ ਦਾ ਵਿਕਾਸ ਕੀਤਾ ਜਾਵੇ, ਪਿੰਡਾਂ ਦਾ ਵਿਕਾਸ ਕੀਤਾ ਜਾਵੇ? ਇਸ ਚੀਜ਼ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ? ਮਰਾਣਾ ਸਾਹਿਬ ਦੇਖੋ, ਕੱਲਾ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਸਾਡੇ ਨਾਲ ਬਜ਼ੁਰਗ ਸਾਡੇ ਬੈਠੇ ਆ, ਸਰਦਾਰ ਜਥੇਦਾਰ ਇੰਦਰਜੀਤ ਸਿੰਘ ਜੀਰਾ ਜੀ, ਉਸ ਤੋਂ ਬਾਅਦ ਸਾਡੇ ਐਮਐਲਏ ਸਾਹਿਬ ਆ ਗਏ। ਅੱਜ ਦੇ ਦੌਰ ਵਿੱਚ ਨਵੀਂ ਸੋਚ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਜੀ। ਆਪਾਂ ਨਵੀਂ ਸੋਚ ਲਿਆਵਾਂਗੇ ਅਤੇ ਤਾਂ ਹੀ ਆਪਾਂ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾ ਸਕਦੇ ਹਾਂ, ਵਿਕਾਸ ਕਰ ਸਕਦੇ ਹਾਂ। ਸਾਡੇ ਐਮਐਲਏ ਸਾਹਿਬ ਇੰਨੇ ਕੁ ਜ਼ਿਆਦਾ ਵਿਕਾਸ ਵਾਸਤੇ ਆਪਣੇ ਹਲਕੇ ਵਾਸਤੇ ਚਿੰਤਤ ਰਹਿੰਦੇ ਨੇ। ਜਦੋਂ ਵੀ ਦੇਖੋ ਉਹਨਾਂ ਚੰਡੀਗੜ੍ਹ ਭੱਜ ਤੋਕ ਕਰਦੇ ਨੇ। ਉਸ ਪਿੱਛੇ ਉਹਨਾਂ ਦੇ ਫਾਦਰ ਸਾਹਿਬ ਇੱਥੇ ਆਪਣੇ ਹਲਕਾ ਸੰਭਾਲਦੇ ਨੇ ਜੀ। ਦੇਖੋ ਇਸ ਤੋਂ ਵਧੀਆ ਸਾਡੇ ਵਾਸਤੇ ਹੋਰ ਕੀ ਗੱਲ ਹੋ ਸਕਦੀ ਹੈ? ਸਾਡੇ ਨਾਲ ਜਵਾਨੀ ਵੀ ਹੈ ਅਤੇ ਸਿਆਣਪ ਵੀ ਹੈ, ਜੋਸ਼ ਵੀ ਹੈ ਅਤੇ ਹੋਸ਼ ਵੀ ਹੈ। ਅਸੀਂ ਇਹ ਦੋਵੇਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਵਿਕਾਸ ਕਰ ਰਹੇ ਹਾਂ ਜੀ। ਅਤੇ ਮੈਂ ਆਪਣੇ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਦੀ ਸੋਚ 'ਤੇ ਪਹਿਰਾ ਦਈਏ, ਸਾਰੇ ਡਟ ਕੇ ਖੜ੍ਹੇ ਹੋਈਏ ਅਤੇ ਆਪਾਂ ਉਹਨਾਂ ਦੇ ਵਿਕਾਸ ਜੋ ਚੱਲ ਰਹੇ ਨੇ ਉਹਨਾਂ ਦੇ ਸਾਥ ਦਈਏ ਅਤੇ ਵਿਕਾਸ ਕਰਾਈਏ ਆਪਣੇ ਇਲਾਕੇ ਦੇ। ਇੱਕ ਸਮੇਂ ਸਾਹਿਬ ਕਿਸਾਨੀ ਸੰਘਰਸ਼ ਚੱਲ ਰਿਹਾ ਵਾ, ਬੜੇ ਵੱਡੇ ਪੱਧਰ 'ਤੇ ਪੂਰੀ ਦੁਨੀਆ ਦੇ ਵਿੱਚ ਇੱਕ ਵੱਡਾ ਸੰਘਰਸ਼ ਦਾ ਉਹਨੂੰ ਐਲਾਨ ਦਿੱਤਾ ਗਿਆ ਵਾ, ਜਿਹਦੇ ਵਿੱਚ ਕਾਫੀ 300 ਦੇ ਲਗਭਗ ਕਿਸਾਨ ਜਿਹੜੇ ਨੇ ਉਹ ਉੱਥੇ ਉਹਨਾਂ ਦੀ ਮੌਤ ਹੋ ਚੁੱਕੀ ਆ। ਕਾਫੀ ਸੰਘਰਸ਼ ਜਿਹੜਾ ਵਾ ਉਹ ਨਿਖਰ ਗਿਆ ਵਾ, ਕਾਫੀ ਵੱਡਾ ਸੰਘਰਸ਼ ਬਣ ਗਿਆ ਵਾ। ਤੁਸੀਂ ਕਿਵੇਂ ਦੇਖਦੇ ਹੋ ਸੰਘਰਸ਼ ਨੂੰ, ਅਤੇ ਕਿੰਨਾ ਕੁ ਯੋਗਦਾਨ ਪਾ ਚੁੱਕੇ ਹੋ ਸੰਘਰਸ਼ 'ਤੇ ਕਿੰਨਾ ਕੁ ਯੋਗਦਾਨ ਪਾਉਣ ਦੀ ਅਪੀਲ ਕਰਨੀ ਚਾਹੋਗੇ ਹੋਰ ਨੌਜਵਾਨਾਂ ਨੂੰ ਅਤੇ ਪੰਜਾਬੀਆਂ ਨੂੰ? ਮਰਾਣਾ ਸਾਹਿਬ, ਮੈਂ ਕਾਫੀ ਟਾਈਮ ਉੱਥੇ ਰਹਿ ਕੇ ਆਇਆ ਜੀ, ਸਿੰਘੂ ਬਾਰਡਰ 'ਤੇ ਜੀ। ਓਕੇ, ਅਤੇ ਸਾਡੇ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਵੀ ਉਹਨਾਂ ਦੇ ਉੱਥੇ ਡਟੇ ਹੋਏ ਨੇ ਜੀ। ਤੁਸੀਂ ਦੇਖਿਆ ਹੀ ਹੈ, ਹਰ ਟਾਈਮ ਉੱਥੇ ਬੈਠੇ ਹੁੰਦੇ ਆ ਜੀ। ਅਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ, ਆਪਣੇ ਸਾਥੀਆਂ ਨੂੰ, ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ ਓਨਾ ਹੀ ਵਧੀਆ ਜੀ। ਆਪਾਂ ਨੂੰ ਬਹੁਤ ਜ਼ਰੂਰੀ ਹੈ ਜੀ। ਇਹ ਆਪਣੇ ਵਾਸਤੇ ਇੱਕ ਇੱਜ਼ਤ ਦਾ ਸਵਾਲ ਵੀ ਬਣ ਚੁੱਕਿਆ ਕਿ ਆਪਾਂ ਉੱਥੋਂ ਜੇ ਵਾਪਸ ਆਉਣਾ ਤਾਂ ਜਿੱਤ ਕੇ ਹੀ ਵਾਪਸ ਆਈਏ। ਬਿਲਕੁਲ। ਅਤੇ ਆਪਣੇ ਬਹੁਤ ਨੌਜਵਾਨ ਅੱਗੇ ਵੱਧ ਕੇ ਕੰਮ ਕਰ ਰਹੇ ਨੇ, ਅਤੇ ਅੱਗੇ ਵੀ ਮੈਂ ਅਪੀਲ ਕਰਦਾ ਹਾਂ ਸਾਰੇ ਨੌਜਵਾਨਾਂ ਨੂੰ ਕਿ ਆਪਾਂ ਰਲ ਮਿਲ ਕੇ ਅੱਗੇ ਵੱਧ ਕੇ ਅਤੇ ਆਪਾਂ ਇਸ ਹਿੱਸਾ ਪਾਈਏ ਇਹਦੇ ਵਿੱਚ। ਸਰਪੰਚ ਸਾਹਿਬ, ਤੁਸੀਂ ਇੱਕ ਯੂਥ ਆਗੂ ਹੋ, ਬਤੌਰ ਨੌਜਵਾਨ ਆਗੂ ਤੁਸੀਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕੀ ਬੇਨਤੀ ਕਰਦੇ ਹੋ ਅਤੇ ਕਿਵੇਂ ਦੇਖਦੇ ਹੋ ਸੰਘਰਸ਼ ਨੂੰ? ਮੈਂ ਤਾਂ ਹਰ ਵਰਗ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ, ਇੱਕ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਸਾਰੇ ਲਾਉਂਦੇ ਆ, ਪਰ ਮੈਂ ਇਹ ਕਹਿਣਾ ਵੀ ਕਿਸਾਨ ਜਿਹੜੇ ਇਕੱਲੇ ਹੀ ਆ, ਜਿਹੜੇ ਕਿ 6-7 ਮਹੀਨੇ ਤੋਂ ਦਿੱਲੀ ਦੇ ਵਿੱਚ ਬੈਠੇ ਨੇ, ਜਾਂ ਉਸ ਤੋਂ ਪਹਿਲਾਂ 6-7 ਮਹੀਨੇ ਸੰਘਰਸ਼ ਚੱਲਿਆ। ਪਰ ਮੈਂ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦਾ ਵਾਂ, ਹਰ ਇੱਕ ਪਿੰਡ ਨੂੰ, ਕਿਉਂਕਿ ਕਿਸਾਨ ਜਿਹੜਾ ਵਾ, ਕਿਸਾਨ ਕੋਲ ਤਾਂ ਫਸਲ ਹੈਗੀ ਆ, ਇਹ ਤਾਂ ਆਪਦੀ ਫਸਲ ਜਿਹੜੀ ਪੈਦਾ ਹੋਈ ਇਹਦੇ ਕੋਲ ਕਣਕ ਵੀ ਖਾਣ ਜੋਗੀ ਹੈਗੀ, ਸਬਜ਼ੀ ਵੀ ਲਾ ਲੂ, ਇਹ ਆਪਦਾ ਗੁਜ਼ਾਰਾ ਕਰ ਲੂ। ਨੁਕਸਾਨ ਕਿਹਦਾ ਹੋਣਾ? ਜਿਹਦੇ ਕੋਲ ਜ਼ਮੀਨ ਨਹੀਂ ਹੈਗੀ। ਬਿਲਕੁਲ। ਕਿਉਂਕਿ ਜਦੋਂ ਫਸਲ ਮੰਡੀਆਂ 'ਚ ਗਈ, ਇਹਨਾਂ ਵਪਾਰੀਆਂ ਖਰੀਦ ਲੈਣੀ ਆ। ਜਦੋਂ ਕਣਕ ਦੀ ਫਸਲ ਪੱਕਦੀ ਆ, ਸਾਰਿਆਂ ਕੋਲ ਹੀ ਕਣਕ ਮੁੱਕੀ ਹੁੰਦੀ ਉਦੋਂ। ਬਿਲਕੁਲ। ਜਦੋਂ ਇਹਨਾਂ ਨੇ ਸਟੋਰ ਕਰ ਲਈ 2-3 ਮਹੀਨੇ, ਇਹਨਾਂ ਨੇ ਕਣਕ ਨਾ ਦਿੱਤੀ 5-4 ਮਹੀਨੇ, ਉਦੋਂ ਇਹਨਾਂ ਨੇ ਆਪਦੀ ਮਰਜ਼ੀ ਦਾ ਰੇਟ ਲੈਣਾ। ਔਖੇ ਕਿੰਨੇ ਹੋਣਾ ਹੈ ਜਿਹੜਾ ਬੰਦਾ 200-400 ਦਿਹਾੜੀ 'ਤੇ ਜਾਂਦਾ। ਬਿਲਕੁਲ। ਉਹਦੇ ਪੜੋਲੇ 'ਚ ਉਹਦੇ ਘਰ ਕਣਕ ਨਾ ਹੋਈ ਸਟੋਰ ਕੀਤੀ, ਉਹਨਾਂ ਨੂੰ ਪੈਕਿੰਗ ਦੇ ਵਿੱਚ ਕਣਕ ਮਿਲੀ ਡਬਲ ਰੇਟ ਦੇ ਉੱਤੇ, ਗਿਣੇ ਚੌਗਣੇ ਰੇਟ 'ਤੇ। ਉਹ ਕਣਕ ਖਰੀਦੂਗਾ, ਘਰੇ ਆਪਦੇ ਬੱਚਿਆਂ ਦਾ ਖਰਚਾ ਚਲਾਊਗਾ, ਕਿੱਧਰ ਨੂੰ ਜਾਊਗਾ? ਨਾ ਉਹਨੂੰ ਸਬਜ਼ੀ ਮਿਲਣੀ ਹੈ। ਮੈਂ ਇਹ ਬੇਨਤੀ ਅਮੀਰ ਘਰਾਣਿਆਂ ਨੂੰ ਵੀ ਕਰਦਾ, ਕਿਸਾਨਾਂ ਦਾ ਸਾਥ ਦਿਓ, ਤੁਹਾਨੂੰ ਵੀ ਇਹ ਡਬਲ ਰੇਟਾਂ 'ਤੇ ਚੀਜ਼ਾਂ ਮਿਲਣੀਆਂ ਨੇ। ਕਿਉਂਕਿ ਜਦੋਂ
ਇਹ ਸਾਰਿਆਂ ਦਾ ਭੁਲੇਖਾ ਹੈ ਕਿ ਵੀ ਸਾਡੇ ਤੇ ਕੋਈ ਅਸਰ ਨਹੀਂ ਹੋਣਾ। ਇਹਦੇ ਵਿੱਚ ਕਿਸਾਨ ਇੰਨਾ ਔਖਾ ਨਹੀਂ ਹੋਣਾ ਜਿੰਨਾ ਕਿ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਉਹ ਔਖਾ ਹੋਣਾ ਹੈ। ਇਸ ਕਰਕੇ ਮੈਂ ਸਾਰੇ ਵਰਗਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦਾ ਸਾਥ ਦਿਓ, ਦਿੱਲੀ ਪਹੁੰਚੋ ਵੱਧ ਤੋਂ ਵੱਧ, ਤੇ ਇਹ ਹੀ ਮੇਰੀ ਬੇਨਤੀ ਹੈ। ਅਖੀਰ ਦੇ ਉੱਤੇ ਕੋਈ ਇਹੋ ਜੀ ਗੱਲ ਜਿਹੜੀ ਤੁਸੀਂ ਸਾਡੇ ਪਲੇਟਫਾਰਮ ਦੇ ਰਾਹੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਤਾਂ ਜੋ ਸਾਡੇ ਕੋਲੋਂ ਨਾ ਪੁੱਛੀ ਗਈ ਹੋਵੇ, ਕੋਈ ਇਹੋ ਜੀ ਇੱਕ ਗੱਲ ਤੁਸੀਂ ਸ਼ੇਅਰ ਕਰ ਸਕਦੇ ਹੋ? ਮੈਂ ਤਾਂ ਬੇਨਤੀ ਕਰਦਾ ਕਿ ਇਲੈਕਸ਼ਨ ਜਿਹੜਾ 2022 ਦਾ ਨੇੜੇ ਆ ਰਿਹਾ, ਜੀਰਾ ਹਲਕੇ ਦੇ ਸਾਰੇ ਹੀ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਕਿ ਆਪਾਂ ਨੂੰ ਕੁਲਬੀਰ ਸਿੰਘ ਜੀਰਾ ਵਰਗਾ ਲੀਡਰ, ਨੌਜਵਾਨ ਲੀਡਰ ਮਿਲਿਆ, ਆਪਾਂ ਵੱਧ ਤੋਂ ਵੱਧ ਸਾਥ ਦਈਏ। ਹਰੇਕ ਪਿੰਡ ਦੇ ਵਿੱਚ ਕੰਮ ਹੋ ਰਿਹਾ। ਇੱਕ ਬੜੀ ਆ ਗੱਲ ਕਰ ਦਿੰਦੇ ਆ ਹਰ ਇੱਕ, ਜਦੋਂ ਵਿਰੋਧੀ ਧਿਰ ਉਹਨਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਜੀ ਗਲੀਆਂ ਨਾਲੀਆਂ 'ਤੇ ਬੈਠੇ ਆ। ਚਲੋ ਗਲੀਆਂ ਨਾਲੀਆਂ ਇਹ ਸੋਚੋ ਵੀ ਹੁਣ 4 ਸਾਲ ਸਰਕਾਰ ਬਣੀ ਹੋ ਗਏ, 4 ਸਾਲਾਂ 'ਚ ਹੀ ਬਣੀਆਂ। ਪਹਿਲਾਂ ਜੇ 10 ਸਾਲ ਕਾਲੀਆਂ ਸਰਕਾਰ ਰਹੀ ਉਦੋਂ ਤੁਸੀਂ ਕਿਹੜੀ ਗਲੀ ਨਾਲੀ ਬਣਾਤੀ ਹੈ ਜੀ? ਪਹਿਲਾਂ ਬਣੀਆਂ ਹੁਣ ਫਿਰ ਲੋੜ ਹੀ ਨਹੀਂ। ਪਹਿਲਾਂ ਬਣੀਆਂ ਹੁਣ ਨਾ, ਜਦੋਂ ਇੱਕ ਕੰਮ ਹੀ ਜ਼ੀਰੋ ਲੈਵਲ ਤੋਂ ਸ਼ੁਰੂ ਹੋਣਾ ਪਿੰਡ ਦੇ ਵਿੱਚ, ਗਲੀਆਂ ਨਾਲੀਆਂ ਜਿੱਥੇ ਘਾਹ ਹੋ ਗਿਆ ਸੀਗਾ ਅੱਜ ਲੋਕਟਲ ਲੱਗੀ ਆ, ਵਧੀਆ ਨਾਲੀਆਂ ਬਣੀਆਂ, ਛੱਪੜ ਨਵੇਂ ਬਣਾਤੇ ਆ, ਪੰਚਾਇਤ ਘਰ ਪਿੰਡਾਂ 'ਚ ਬਣ ਗਏ ਆ। ਬਾਕੀ ਜਿਹੜਾ ਹਰ ਇੱਕ ਨੂੰ ਪਰਸਨਲ ਕੰਮ ਹੁੰਦਾ, ਹਰ ਇੱਕ ਦੇ ਪਰਸਨਲ ਕੰਮ ਹੁੰਦੇ ਆ। ਹੋਰ ਸਰਪੰਚ ਨੇ, ਐਮਐਲਏ ਨੇ ਘਰਾਂ ਜਾ ਕੇ ਰੋਟੀਆਂ ਤਾਂ ਲੋਕਾਂ ਦੇ ਪਕਾਉਣੀਆਂ ਨਹੀਂ। ਮੈਂ ਤਾਂ ਇਹੀ ਗੱਲ ਕਰਦਾ, ਇੱਕੋ ਗੱਲ ਹੀ ਕਰੀ ਜਾਂਦੇ ਆ ਸਾਰੇ ਲੀਡਰ ਵੀ ਇਹ ਗਲੀਆਂ ਨਾਲੀਆਂ ਨੂੰ ਲੈ ਕੇ ਬੈਠੇ ਆ। ਪਿੰਡਾਂ ਜਾ ਕੇ ਗਲੀਆਂ ਨਾਲੀਆਂ 'ਤੇ ਵੇਖੋ, ਆਪਦੇ ਟਾਈਮ ਦੀਆਂ ਵੀਡੀਓ ਵੇਖੋ ਅਤੇ ਹੁਣ ਦੇ ਟਾਈਮ ਦੀਆਂ ਵੀਡੀਓ ਵੇਖੋ। ਮੈਂ ਬੇਨਤੀ ਇਹ ਕਰਦਾ ਕਿ ਇਸ ਗੱਲ ਨੂੰ ਮੁੱਦਾ ਨਾ ਬਣਾਈ ਜਾਓ ਵੀ ਗਲੀਆਂ ਨਾਲੀਆਂ 'ਤੇ ਬੈਠੇ ਆ, ਕੰਮ ਵੇਖੋ। ਤੁਸੀਂ ਤੁਹਾਡੇ ਤੋਂ ਤਾਂ ਇੱਕ 58 ਇੱਟ ਨਹੀਂ ਸੀ ਲੱਗੀ, ਭੱਠੇ ਤੁਹਾਡੀ 5 ਰੁਪਏ ਦੀ ਇੱਟ ਆ, ਹੁਣ 13 ਰੁਪਏ ਦੀ ਲੋਕਟਲ ਲੱਗੀ ਆ। ਹਰ ਇੱਕ ਦੇ ਵਿੱਚ ਜਿਹੜਾ 58 ਲੱਗਾ ਉਹ ਵੀ ਜਦੋਂ ਕਿ ਕਾਂਗਰਸ ਦੀ ਸਰਕਾਰ ਸੀ 2002 ਦੇ ਵਿੱਚ ਬਣੀ ਸੀ, 2007 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਹੀ ਕੰਮ ਹੋਏ ਸੀਗੇ, ਜਦੋਂ ਵੀ ਸੀ ਆਪਣੀ ਬਣੀ ਸਰਕਾਰ। ਉਸ ਤੋਂ ਬਾਅਦ ਜਦੋਂ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਆ ਕੋਈ ਕੰਮ ਨਹੀਂ ਹੋਇਆ। ਹੁਣ ਫਿਰ ਕਾਂਗਰਸ ਦੀ ਸਰਕਾਰ ਆਈ ਹੈ ਅਤੇ ਹੁਣ ਕੰਮ ਹੋਏ ਨੇ। ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਗੀ, ਅਤੇ ਆਪਣੀ ਜਿਹੜੀ ਸਰਕਾਰ ਆ 2022 ਦੇ ਵਿੱਚ ਆਪਾਂ ਕੁਲਬੀਰ ਸਿੰਘ ਜੀਰਾ ਨੂੰ ਵੱਧ ਤੋਂ ਵੱਧ ਵੋਟ ਪਾਈਏ ਅਤੇ ਲੰਮੀ ਲੀਡ ਦਵਾ ਕੇ ਜਿਤਾਈਏ ਅਤੇ ਹਲਕੇ ਦੇ ਵੱਧ ਤੋਂ ਵੱਧ ਕੰਮ ਹੋਣ। ਨੌਜਵਾਨ ਲੀਡਰ ਮਿਲਿਆ ਆਪਾਂ ਨੂੰ, ਇਹੀ ਮੇਰੀ ਬੇਨਤੀ ਹੈ ਜੀ। ਸਰਪੰਚ ਸਾਹਿਬ, ਤੁਸੀਂ ਆਪਣੇ ਦਿਲ ਦੀ ਗੱਲ ਜਿਹੜੀ ਕੋਈ ਰਹਿ ਗਈ ਹੋਵੇ ਸਾਡੇ ਤੋਂ ਪੁੱਛਣ ਵਾਲੀ, ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ ਚੰਦ ਸ਼ਬਦਾਂ ਦੇ ਵਿੱਚ? ਮਰਾਣਾ ਸਾਹਿਬ ਦੇਖੋ ਵੀ ਪਹਿਲਾਂ ਦਾ ਦੌਰ ਸੀ ਜਿਹੜਾ ਉਹ ਵਿਕਾਸ ਦਾ ਦੌਰ ਨਹੀਂ ਸੀ, ਉਹ ਸਿਰਫ ਪਰਚਿਆਂ ਦਾ ਜਾਂ ਪਰਸਨਲ ਕੰਮਾਂ ਦਾ ਜਾਂ ਕੋਈ ਰੇਤ ਮਾਫੀਆ ਕਰ ਲਓ ਜਾਂ ਕੁਛ ਵੀ ਕਹਿ ਲਓ, ਇਹੀ ਦੌਰ ਚੱਲਦਾ ਸੀ। ਕਿਸੇ ਨੇ ਵਿਕਾਸ ਨਹੀਂ ਕਰਵਾਇਆ। ਮੈਂ ਸਾਰੇ ਆਪਣੇ ਵੀਰਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਦੀ ਜਿਹੜੀ ਆਪਾਂ ਇਲੈਕਸ਼ਨ ਲੜਨਾ 2022 ਦਾ, ਸਿਰਫ ਆਪਾਂ ਵਿਕਾਸ ਦੇ ਸਿਰ 'ਤੇ ਲੜੀਏ। ਅਤੇ ਵਿਕਾਸ ਵੇਖ ਕੇ ਜੇ ਆਪਾਂ ਇਲੈਕਸ਼ਨ ਲੜਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਜੀਰਾ ਸਾਹਿਬ ਨੂੰ ਇੱਥੇ ਆਪਣੇ ਹਰਾ ਸਕਦੇ ਨੇ। ਅਤੇ ਸਾਰਿਆਂ ਨੂੰ ਮੈਂ ਬੇਨਤੀ ਇਹ ਕਰਦਾ ਕਿ ਜਿਹੋ ਜਿਹਾ ਲੀਡਰ ਆਪਾਂ ਨੂੰ ਮਿਲਿਆ ਹੈ ਆਪਾਂ ਇਹਨਾਂ ਦਾ ਸਾਥ ਦਈਏ, ਇਹਨਾਂ ਦੀ ਸੋਚ 'ਚ ਪਹਿਰਾ ਦਈਏ ਅਤੇ ਵੱਧ ਤੋਂ ਵੱਧ ਅੱਗੇ ਵੀ ਵਿਕਾਸ ਕੀਤਾ ਅਤੇ ਅੱਗੇ ਇਸ ਤੋਂ ਵੀ ਵੱਧ ਵਿਕਾਸ ਕਰਨ ਦੀ ਆਪਾਂ ਇਹਨਾਂ ਨੂੰ ਪਾਵਰ ਦਈਏ ਅਤੇ ਆਪਣੇ ਇਲਾਕੇ ਦੇ ਕੰਮ ਹੋਣ ਜੋ ਵੱਧ ਤੋਂ ਵੱਧ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਸਾਰੀ ਗੱਲਬਾਤ ਤੁਸੀਂ ਸੁਣੀ। ਇਹ ਸਨ ਸਰਪੰਚ ਹਰਪ੍ਰੀਤ ਸਿੰਘ ਅਤੇ ਸਰਪੰਚ ਮਲਕੀਤ ਸਿੰਘ ਜੀ, ਜਿਹੜੇ ਕਿ ਨੌਜਵਾਨ, ਸਭ ਤੋਂ ਵੱਡੀ ਗੱਲ ਕਿ ਨੌਜਵਾਨ ਸਰਪੰਚ ਨੇ, ਅਤੇ ਸਾਡੇ ਹਲਕੇ ਦੇ ਜਿਹੜੇ ਐਮਐਲਏ ਉਹ ਵੀ ਨੌਜਵਾਨ ਨੇ, ਅਤੇ ਹਮੇਸ਼ਾ ਨੌਜਵਾਨਾਂ ਦੀ ਸੋਚ ਜਿਹੜੀ ਆ ਉਹ ਅਗਾਂਹ ਵਧੂ ਹੁੰਦੀ ਆ। ਅਤੇ ਜਿਹੜੀ ਗੱਲਬਾਤ ਅੱਜ ਅਸੀਂ ਕੀਤੀ ਆ, ਤੁਹਾਨੂੰ ਸਾਰੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ, ਆਪਣੀ ਰਾਏ ਜਿਹੜੀ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ, ਕਿਉਂਕਿ ਜਿਹੜੀ ਤੁਹਾਡੀ ਰਾਏ ਆ, ਲੋਕਾਂ ਦੀ ਰਾਏ ਆ, ਉਹ ਸਾਡੇ ਲਈ ਬਹੁਤ ਅਹਿਮ ਸਥਾਨ ਰੱਖਦੀ ਆ, ਕਿਉਂਕਿ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਲੋਕਾਂ ਦੀ ਹੀ ਰਾਏ ਹੁੰਦੀ ਆ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਇਹਨਾਂ ਸਰਪੰਚਾਂ ਨੂੰ ਲੈ ਕੇ, ਇਹਨਾਂ ਦੇ ਜੋ ਇਹਨਾਂ ਨੇ ਗੱਲਬਾਤ ਕੀਤੀ ਉਹਨੂੰ ਲੈ ਕੇ, ਤੇ ਉਹ ਵੀ ਤੁਸੀਂ ਸਵਾਲ ਕਮੈਂਟ ਬਾਕਸ ਜਾਂ ਸਾਨੂੰ ਮੈਸੇਜ ਕਰਕੇ ਕਰ ਸਕਦੇ ਹੋ, ਤਾਂ ਕਿ ਜਦੋਂ ਦੁਬਾਰਾ ਫਿਰ ਇਹਨਾਂ ਦੇ ਨਾਲ ਕਿਤੇ ਗੱਲਬਾਤ ਕਰੀਏ ਤਾਂ ਉਹ ਜਿਹੜੇ ਸਵਾਲ ਇਹਨਾਂ ਨੂੰ ਅਸੀਂ ਪੁੱਛ ਸਕੀਏ। ਤਪਦਾ ਸਾਜ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ, ਮਰਹਾਣਾ।